हाँ जी, नेक्स्ट जो पार्ट है स्ट्रक्चर्ड मॉडलिंग पार्ट 2। ਅੱਜ ਦੀ ਵੀਡੀਓ ਦੇ ਵਿੱਚ ਪਿਛਲੀ ਵੀਡੀਓ 'ਚ ਆਪਾਂ SP3 ਹਾਈਬ੍ਰਿਡਾਈਜੇਸ਼ਨ ਕਰ ਲਈ ਸੀ, ਹਾਈਬ੍ਰਿਡਾਈਜੇਸ਼ਨ ਦੇ ਟਾਈਪਸ ਕਰ ਲਈਆਂ ਸੀ, ਠੀਕ ਹੈ। ਅਤੇ ਅੱਜ ਆਪਾਂ ਕਰਾਂਗੇ ਨੈਕਸਟ ਹਾਈਬ੍ਰਿਡਾਈਜੇਸ਼ਨ SP2 ਹਾਈਬ੍ਰਿਡਾਈਜੇਸ਼ਨ। ਹੁਣ ਇਹਦੇ ਵਿੱਚ ਕੀ ਹੋਊਗਾ, SP2 ਹਾਈਬ੍ਰਿਡਾਈਜੇਸ਼ਨ ਜਿਵੇਂ ਕਿ ਨਾਮ ਕਲੀਅਰ ਹੀ ਹੈ ਵੀ ਇਹਦੇ ਵਿੱਚ ਇੱਕ S ਆਰਬਿਟਲ ਹੋਊਗਾ, ਠੀਕ ਹੈ, ਕਿਉਂਕਿ ਕਾਰਬਨ ਦੀ ਕਰ ਰਹੇ ਹਾਂ ਤਾਂ ਕਾਰਬਨ ਦਾ 2S ਆਰਬਿਟਲ ਹੋਊਗਾ, ਠੀਕ ਹੈ। ਅਤੇ 2 P ਆਰਬਿਟਲ ਹੋਣਗੇ। P ਆਰਬਿਟਲ ਕੋਈ ਵੀ ਦੋ ਹੋ ਸਕਦੇ ਆ, PX PY PZ ਜਾਂ ਫਿਰ PX PZ, ਠੀਕ ਹੈ। ਆਪਾਂ ਇੱਥੇ ਮੰਨ ਕੇ ਚੱਲਾਂਗੇ ਵੀ PX ਅਤੇ PY ਜਿਹੜੇ ਹੈ ਉਹ ਇਨਵੋਲਵ ਹੁੰਦੇ ਨੇ ਇਹਦੇ ਵਿੱਚ, ਠੀਕ ਹੈ। ਸਿਰਫ ਕੰਸੀਡਰ ਕਰਨਾ ਕੋਈ ਵੀ ਦੋ ਹੋ ਸਕਦੇ ਨੇ। ਉਹ ਇੰਟਰਮਿਕਸ ਹੋਣਗੇ, ਠੀਕ ਹੈ। 3 ਆਰਬਿਟਲ ਇੰਟਰਮਿਕਸ ਹੋਏ ਨੇ, ਇੱਕ S ਅਤੇ 2 P, ਅਤੇ 3 ਆਰਬਿਟਲ SP2 ਆਰਬਿਟਲਸ ਨੇ ਜਿਹੜੇ ਉਹ ਹਾਈਬ੍ਰਿਡ ਆਰਬਿਟਲ ਬਣਨਗੇ। ਹੁਣ ਸੇਮ ਐਨਰਜੀ ਦੇ ਆਰਬਿਟਲ ਹੋਣਗੇ, ਠੀਕ ਹੈ। 3 ਆਰਬਿਟਲਸ ਨੇ ਕਿਉਂਕਿ ਇਹ ਤਿੰਨੇ ਇੱਕ ਪਲੇਨ ਦੇ ਵਿੱਚ ਰਹਿ ਸਕਦੇ ਨੇ। ਇੱਕ ਪਲੇਨ ਦੇ ਵਿੱਚ ਜਦੋਂ ਰਹਿਣਗੇ ਤਾਂ ਠੀਕ ਹੈ, ਬੌਂਡ ਐਂਗਲ ਕਿੰਨੇ ਦਾ ਬਣੂਗਾ, 360 ਦਾ ਟੋਟਲ ਐਂਗਲ ਹੁੰਦਾ ਸਰਕਲ ਦਾ। 3 ਹਿੱਸਿਆਂ 'ਚ ਉਹਨੂੰ ਡਿਵਾਈਡ ਜੇ ਆਪਾਂ ਕਰ ਲਈਏ ਤਾਂ 120 ਰਹਿ ਗਿਆ, ਠੀਕ ਹੈ, 120 ਰਹਿ ਗਿਆ। ਤਾਂ ਬੌਂਡ ਐਂਗਲ ਹੈ ਜਿਹੜਾ ਉਹ ਕਿੰਨਾ ਬਣੂਗਾ, 120 ਡਿਗਰੀ, ਠੀਕ ਹੈ। ਅਤੇ ਜਿਹੜੇ ਇਹ ਤਿੰਨੇ ਹੋਣਗੇ ਆਰਬਿਟਲ ਦੇ ਪੁਆਇੰਟ ਕਰਨਗੇ ਇਕੁਲੇਟਰਲ ਟਰਾਇੰਗਲ ਦੀਆਂ ਵਰਟੈਕਸ ਦੇ ਵੱਲ। ਮਤਲਬ ਇੱਕ ਇਕੁਲੇਟਰਲ ਟਰਾਇੰਗਲ ਬਣਾ ਲਓ, ਇਹੋ ਜਿਹੀ ਟਰਾਇੰਗਲ ਜਿਹਦੀਆਂ ਤਿੰਨੇ ਸਾਈਡਸ ਬਰਾਬਰ ਹੋਣ। ਉਹਦਾ ਸੈਂਟਰ ਦੇਖੋ, ਸੈਂਟਰ ਦੇ ਉੱਪਰ ਕਾਰਬਨ ਪਈ ਹੈ ਅਤੇ ਜਿਹੜੀਆਂ ਵਰਟੈਕਸ ਨੇ, ਜਿਹੜੇ ਉਹਦੇ ਕੋਨੇ ਨੇ, ਉੱਥੇ ਕੀ ਪਿਆ ਗਾ ਆਪਣੇ ਕੋਲ, ਹਾਈਡਰੋਜਨਸ, ਠੀਕ ਹੈ। ਮਤਲਬ ਇੱਦਾਂ ਦਾ ਜੇ ਆਪਾਂ ਹਿਸਾਬ ਲਗਾਈਏ ਤਾਂ ਇੱਦਾਂ ਦਾ ਇਹਦਾ ਜਿਹੜਾ ਸਟਰਕਚਰ ਹੈ, ਰਫਲੀ ਸਟਰਕਚਰ ਇੱਦਾਂ ਦਾ ਬਣੂਗਾ। ਹੁਣ ਉਸ ਤੋਂ ਬਾਅਦ ਜਿਹੜਾ 3rd PZ ਆਰਬਿਟਲ ਰਹਿ ਗਿਆ ਸੀਗਾ, ਉਹ ਆਰਬਿਟਲ ਹੈ ਜਿਹੜਾ ਉਹ ਕਿਉਂਕਿ ਅਨਹਾਈਬ੍ਰਿਡਾਈਜ਼ਡ ਹੈ, ਉਹ ਉਸੇ ਸਟੇਟ ਦੇ ਵਿੱਚ ਰਹੂਗਾ। ਹੁਣ X ਅਤੇ Y ਆਰਬਿਟਲਸ ਇਨਵੋਲਵ ਹੋਏ ਨੇ, ਠੀਕ ਹੈ। ਤਾਂ PX ਅਤੇ PY, ਤਾਂ ਇਹ ਜਿਹੜੇ ਤਿੰਨੇ ਆਰਬਿਟਲ ਬਣਨਗੇ ਉਹ XY ਪਲੇਨ ਦੇ ਵਿੱਚ ਬਣਨਗੇ, ਠੀਕ ਹੈ। XY ਪਲੇਨ ਦੇ ਵਿੱਚ ਹੀ ਰਹਿਣਗੇ ਇਹ। ਅਤੇ ਜਿਹੜਾ PZ ਆਰਬਿਟਲ ਆ ਆਪਾਂ ਨੂੰ ਪਤਾ Z ਐਕਸਿਸ ਦੇ ਅਲੋਂਗ ਹੁੰਦਾ, ਤਾਂ ਉਹ ਜਿਹੜਾ ਹੈ Z ਐਕਸਿਸ ਵਾਲਾ ਆਰਬਿਟਲ ਉਹ XY ਪਲੇਨ ਦੇ ਪਰਪੈਂਡੀਕੂਲਰ ਸੀਗਾ ਤਾਂ ਪਰਪੈਂਡੀਕੂਲਰ ਹੀ ਰਹੂਗਾ, ਠੀਕ ਹੈ। ਜੇ ਧਿਆਨ ਨਾਲ ਦੇਖਾਂਗੇ ਆਪਾਂ ਤਾਂ ਆਰਬਿਟਲਸ ਨੇ ਆਪਣੇ ਕੋਲ 2S 2PX 2PY 2PZ, ਠੀਕ ਹੈ। ਆ ਤਿੰਨੇ ਰਲ ਕੇ ਇਹਨਾਂ ਨੇ ਕੀ ਬਣਾ ਤਾ, ਪਹਿਲਾ, ਦੂਜਾ, ਤੀਜਾ, ਠੀਕ ਹੈ। ਮੈਂ ਇਹਨਾਂ ਨੂੰ ਉਹ ਕਰ ਦਿੰਦਾ, ਥੋੜ੍ਹਾ ਜਿਹਾ ਸ਼ੇਡ ਕਰ ਦਿੰਦਾ ਤਾਂ ਕਿ ਇਹ P ਆਰਬਿਟਲ ਨਾਲੋਂ ਅਲੱਗ ਦਿਸਣ ਆਰਬਿਟਲਸ, ਠੀਕ ਹੈ। ਇੱਕ ਆਹ ਵਾਲਾ, ਇੱਕ ਆਹ ਵਾਲਾ ਅਤੇ ਇੱਕ ਆਹ ਵਾਲਾ ਜਿਹੜਾ ਖਾਲੀ ਰਹਿ ਗਿਆ ਉਹ ਕੀ ਹੈ, P ਆਰਬਿਟਲ, PZ ਆਰਬਿਟਲ, ਠੀਕ ਹੈ। ਆਹ ਤਿੰਨ ਬਣਨਗੇ SP2 ਹਾਈਬ੍ਰਿਡ ਆਰਬਿਟਲਸ। ਜਿਹੜਾ PZ ਰਹਿ ਗਿਆ ਉਹ ਪਰਪੈਂਡੀਕੂਲਰ ਟੂ ਪਲੇਨ ਸੀਗਾ, ਠੀਕ ਹੈ। ਮਤਲਬ ਜੇ ਆਹ ਤਿੰਨੇ ਆਰਬਿਟਲ ਇੱਦਾਂ ਨੇ ਤਾਂ P ਆਰਬਿਟਲ ਦੇ ਇੱਕ ਲੋਬ ਉੱਪਰਲੇ ਪਾਸੇ ਆ, ਇੱਕ ਨੀਚੇ ਨੂੰ ਜਾਂਦੀ ਆ ਪੇਪਰ ਤੋਂ ਨੀਚੇ, ਠੀਕ ਹੈ। ਤਾਂ ਇੱਦਾਂ ਦਾ ਇਹਦਾ ਜਿਹੜਾ ਮਤਲਬ ਡਾਇਰੈਕਸ਼ਨੈਲਿਟੀ ਹੋਊਗੀ ਜਿਹੜੀ ਆਰਬਿਟਲ ਸੀ ਉਹ ਇੱਦਾਂ ਦੀ ਹੋਊਗੀ। ਹੁਣ ਕਿਉਂਕਿ ਇਹਦੇ ਵਿੱਚ 2 P ਆਰਬਿਟਲ ਹੀ ਯੂਜ਼ ਹੋਏ ਨੇ, ਠੀਕ ਹੈ, ਅਤੇ ਇੱਕ S ਆਰਬਿਟਲ ਯੂਜ਼ ਹੋਇਆ। ਤਾਂ SP3 ਦੇ ਵਿੱਚ ਕੀ ਹੁੰਦਾ ਗਾ, 3 P ਆਰਬਿਟਲ ਯੂਜ਼ ਹੁੰਦੇ ਨੇ। 3 P ਆਰਬਿਟਲ ਯੂਜ਼ ਹੁੰਦੇ ਨੇ ਅਤੇ ਸਾਈਜ਼ ਵੀ ਉਹਨਾਂ ਦਾ, ਕਿਉਂਕਿ 4 ਆਰਬਿਟਲ ਨੇ ਅਤੇ ਕਿਤੇ ਤਾਂ 4 ਆਰਬਿਟਲ ਮਿਲਦੇ ਨੇ, ਠੀਕ ਹੈ, ਕਿਤੇ 3 ਆਰਬਿਟਲ ਮਿਲਦੇ ਨੇ। ਤਾਂ ਸਾਈਜ਼ ਹੈ ਜਿਹੜਾ ਉਹ 4 ਵਾਲਿਆਂ ਦਾ ਵੱਡਾ ਹੋਊਗਾ ਕਿਉਂਕਿ ਗਿਣਤੀ ਵੱਧ ਹੈ, ਠੀਕ ਹੈ। 3 ਵਾਲਿਆਂ ਦਾ ਸਾਈਜ਼ ਛੋਟਾ ਹੋਊਗਾ। ਤਾਂ SP2 ਹਾਈਬ੍ਰਿਡ ਆਰਬਿਟਲ ਨੇ ਜਿਹੜੇ ਉਹ ਛੋਟੇ ਹੁੰਦੇ ਨੇ ਸਾਈਜ਼ ਦੇ ਵਿੱਚ, SP2 ਹਾਈਬ੍ਰਿਡ ਆਰਬਿਟਲ ਛੋਟੇ ਹੁੰਦੇ ਨੇ ਸਾਈਜ਼ 'ਚ SP3 ਹਾਈਬ੍ਰਿਡ ਆਰਬਿਟਲਸ ਨਾਲੋਂ, ਠੀਕ ਹੈ। ਕਿਸੇ ਵੀ ਕਾਰਬਨ ਐਟਮ ਦੇ ਵਿੱਚ ਜਿੱਥੇ SP2 ਹਾਈਬ੍ਰਿਡਾਈਜੇਸ਼ਨ ਹੁੰਦੀ ਹੈ ਉੱਥੇ ਡਬਲ ਬੌਂਡ ਬਣੂਗਾ ਹਮੇਸ਼ਾ ਹੀ। ਜਿੱਥੇ ਕਾਰਬਨ ਦੀ SP2 ਹਾਈਬ੍ਰਿਡਾਈਜੇਸ਼ਨ ਹੈ ਉੱਥੇ ਕੀ ਹੋਊਗਾ, ਡਬਲ ਬੌਂਡ ਬਣੂਗਾ। ਨੈਕਸਟ ਹੈ, ਕਿਉਂਕਿ ਹਰੇਕ ਹਾਈਬ੍ਰਿਡ ਆਰਬਿਟਲ ਹੈ ਜਿਹੜਾ ਉਹਦੇ ਵਿੱਚ ਕੰਟਰੀਬਿਊਸ਼ਨ ਹੁੰਦੀ ਹੈਗੀ 1 2S ਆਰਬਿਟਲ ਦੀ ਅਤੇ 2 2P ਆਰਬਿਟਲਸ ਦੀ, ਠੀਕ ਹੈ। ਮਤਲਬ 2 P ਆਰਬਿਟਲਸ ਨੇ, ਇੱਕ S ਆਰਬਿਟਲ ਹੈ। ਅਤੇ ਜਦੋਂ ਕੰਟਰੀਬਿਊਸ਼ਨ ਦੇਖਾਂਗੇ, ਠੀਕ ਹੈ, ਤਾਂ S ਕਰੈਕਟਰ ਕੀ ਹੋਊਗਾ, S ਕਰੈਕਟਰ ਕਿੰਨਾ ਹੋ ਜਾਊਗਾ, ਇੱਕ S ਆਰਬਿਟਲ ਹੈ, ਟੋਟਲ ਕਿੰਨੇ ਨੇ 3, ਤਾਂ 33% ਆ ਗਿਆ। P ਕਰੈਕਟਰ ਕਿੰਨਾ ਹੈਗਾ, 2 P ਆਰਬਿਟਲਸ ਨੇ, ਟੋਟਲ ਕਿੰਨੇ 3, ਤਾਂ 66 ਜਾਂ 67% ਆ ਗਿਆ, ਜਿੰਨਾ ਵੀ ਤੁਸੀਂ ਕਹੋ, ਠੀਕ ਹੈ। ਉਸ ਤੋਂ ਬਾਅਦ ਐਗਜ਼ਾਮਪਲ SP2 ਹਾਈਬ੍ਰਿਡਾਈਜੇਸ਼ਨ ਦੀ, ਠੀਕ ਹੈ, ਕਿਉਂਕਿ ਆਪਾਂ ਕਿਹਾ ਸੀ ਵੀ ਇੱਥੇ ਡਬਲ ਬੌਂਡ ਬਣੂਗਾ ਹਮੇਸ਼ਾ। ਤਾਂ ਡਬਲ ਬੌਂਡ ਵਾਲਾ ਸਿੰਪਲੈਸਟ ਮੋਲੀਕਿਊਲ ਕਿਹੜਾ ਹੁੰਦਾ, ਇਥੀਨ, CH2 ਡਬਲ ਬੌਂਡ CH2, ਠੀਕ ਹੈ। ਹੁਣ ਇਥੀਨ ਦੇ ਵਿੱਚ ਦੋਨੇ ਕਾਰਬਨ ਨੇ ਜਿਹੜੀਆਂ, ਸਭ ਤੋਂ ਪਹਿਲਾਂ ਤਾਂ SP2 ਹਾਈਬ੍ਰਿਡਾਈਜ਼ਡ ਨੇ
sp2 ਹਾਈਬ੍ਰਿਡਾਈਜ਼ਡ ਨੇ ਕਿਉਂਕਿ ਇਹ ਤਾਂ ਦੋਨਾਂ ਕਾਰਬਨਾਂ ਦੇ ਕੋਲ ਤਿੰਨ ਹਾਈਬ੍ਰਿਡ ਆਰਬਿਟਲਸ ਨੇ sp2 ਹਾਈਬ੍ਰਿਡ ਆਰਬਿਟਲ, ਅਤੇ ਇੱਕ ਆਰਬਿਟਲ ਹੈ ਜਿਹੜਾ ਉਹ ਅਨਹਾਈਬ੍ਰਿਡਾਈਜ਼ਡ ਹੈ। ਹੁਣ ਜਿਹੜਾ ਅਨਹਾਈਬ੍ਰਿਡਾਈਜ਼ਡ ਆਰਬਿਟਲ ਹੈ ਉਹ ਪਰਪੈਂਡੀਕੂਲਰ ਹੈ ਹਾਈਬ੍ਰਿਡਾਈਜ਼ਡ ਆਰਬਿਟਲਸ ਦੇ ਪਲੇਨ ਦੇ, ਠੀਕ ਹੈ। ਤਾਂ ਜਿਹੜੇ ਤਿੰਨ ਹਾਈਬ੍ਰਿਡ ਆਰਬਿਟਲ ਨੇ, ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਵਿੱਚੋਂ ਇੱਕ ਆਰਬਿਟਲ ਹੈ ਜਿਹੜਾ ਹਰੇਕ ਕਾਰਬਨ ਦਾ, ਉਹ ਆਪਸ 'ਚ ਮਿਊਚੁਅਲ ਹੁੰਦਾ, ਮਤਲਬ ਆਪਸ ਵਿੱਚ ਮਿਊਚੁਅਲੀ ਉਹਨਾਂ ਨੇ ਕੀ ਕਰਨਾ, ਇੱਕ ਦੂਸਰੇ ਨਾਲ ਓਵਰਲੈਪ ਕਰ ਲੈਣਾ। ਮਤਲਬ ਇੱਕ ਆਰਬਿਟਲ sp2 ਆਰਬਿਟਲ ਪਹਿਲੀ ਕਾਰਬਨ ਦਾ, ਦੂਸਰਾ sp2 ਆਰਬਿਟਲ ਦੂਸਰੀ ਕਾਰਬਨ ਦਾ, ਦੋਨੇ ਮਿਲੇ, ਦੋਨਾਂ ਨੇ ਪਹਿਲਾਂ ਆਪਸ ਦੇ ਵਿੱਚ ਓਵਰਲੈਪ ਕਰ ਲਿਆ। ਹੁਣ ਉਸ ਤੋਂ ਬਾਅਦ ਜਿਹੜੇ ਦੋ sp2 ਹਾਈਬ੍ਰਿਡ ਹਰੇਕ ਕਾਰਬਨ ਦੇ ਰਹਿੰਦੇ ਸੀ, ਉਹ ਹਾਈਡਰੋਜਨਾਂ ਨਾਲ ਓਵਰਲੈਪ ਕਰਕੇ ਕੀ ਬਣਾਉਣਗੇ, CH ਸਿੰਗਲ ਬੌਂਡ, ਠੀਕ ਹੈ। ਅਤੇ ਇਹਨੇ ਕੀ ਬਣਾਇਆ, CH ਸਿੰਗਲ ਬੌਂਡ ਬਣਾਇਆ ਪਹਿਲਾਂ ਇਹਨਾਂ ਆਰਬਿਟਲਸ ਨੇ, ਠੀਕ ਹੈ। ਜਿਹੜੇ ਆਹ ਆਰਬਿਟਲਸ ਰਹਿ ਗਏ ਇਹਨਾਂ ਨੇ ਕੀ ਕੀਤਾ, CH ਸਿੰਗਲ ਬੌਂਡ ਬਣਾਏ, ਇਹਨੇ CC ਸਿੰਗਲ ਬੌਂਡ ਬਣਾਇਆ। ਹੁਣ ਜਿਹੜਾ PZ ਆਰਬਿਟਲ ਰਹਿ ਗਿਆ, ਕਿਉਂਕਿ 4 ਇਲੈਕਟ੍ਰੋਨ ਹੁੰਦੇ ਆ, 1 2 3 ਇਹਨਾਂ 'ਚ ਆ ਗਏ, ਚੌਥਾ ਇਲੈਕਟ੍ਰੋਨ ਇਹਦੇ ਵਿੱਚ ਹੀ ਪਿਆ ਹਲੇ PZ 'ਚ। ਹਾਈਬ੍ਰਿਡਾਈਜ਼ ਚਾਹੇ ਹੋਇਆ ਉਹ ਚਾਹੇ ਨਹੀਂ ਹੋਇਆ, ਪਰ ਇਲੈਕਟ੍ਰੋਨ ਤਾਂ ਹੈ ਹੀ ਆ ਉਹਦੇ ਕੋਲ। ਇਸੇ ਤਰ੍ਹਾਂ ਇਲੈਕਟ੍ਰੋਨ ਇਹਦੇ ਕੋਲ ਆ, ਠੀਕ ਹੈ। ਤਾਂ ਇਹ ਜਿਹੜੇ ਆਰਬਿਟਲਸ ਨੇ ਇਹਨਾਂ ਨੇ ਹੈਡ ਔਨ ਓਵਰਲੈਪ ਕੀਤਾ ਇਹਨਾਂ ਸਾਰਿਆਂ ਨੇ। ਇਹ ਜਿਹੜੇ ਦੋ ਆਰਬਿਟਲਸ ਨੇ ਇਹ ਸਾਈਡ ਵਾਈਜ਼ ਓਵਰਲੈਪ ਕਰਨਗੇ, ਠੀਕ ਹੈ। ਮਤਲਬ ਦੋਨੇ ਇੱਕ ਪਾਸੇ ਤੋਂ ਦੂਸਰੇ ਪਾਸੇ, ਇਸ ਸਾਈਡ ਤੋਂ ਇਹਨੇ ਕੀਤਾ, ਇਹਨੇ ਇਸ ਸਾਈਡ ਤੋਂ ਕੀਤਾ, ਠੀਕ ਹੈ। ਦੋਨਾਂ ਲੋਬਸ ਦਾ ਉੱਪਰੋਂ ਥੱਲੋਂ ਸਾਈਡ ਵਾਈਜ਼ ਓਵਰਲੈਪ ਕੀਤਾ ਜਦੋਂ, ਤਾਂ ਕੀ ਬਣਿਆ, ਪਾਈ ਬੌਂਡ, ਠੀਕ ਹੈ। ਤਾਂ ਪਾਈ ਬੌਂਡ ਹੈ ਜਿਹੜਾ, ਇਹ ਦੋ ਬੌਂਡ ਬਣ ਗਏ, ਡਬਲ ਬੌਂਡ ਬਣ ਗਏ, ਇੱਕ ਸਿਗਮਾ ਇੱਕ ਪਾਈ, ਠੀਕ ਹੈ। ਹੁਣ ਜੇ ਧਿਆਨ ਨਾਲ ਆਪਾਂ ਦੇਖਾਂਗੇ ਇੱਥੇ, ਤਾਂ ਇਹਦੇ ਵਿੱਚ ਕੀ ਹੋਊਗਾ, ਕਿਉਂਕਿ sp2 ਆਰਬਿਟਲ ਆਪਾਂ ਕਿਹਾ ਸੀ sp3 ਨਾਲੋਂ ਛੋਟੇ ਹੁੰਦੇ ਨੇ, ਠੀਕ ਹੈ। ਅਤੇ ਜਿਹੜਾ ਇਹਦਾ ਬੌਂਡ ਆਰਡਰ ਹੈ, ਬੌਂਡ ਲੈਂਥ ਹੈ ਜਿਹੜੀ, ਕਾਰਬਨ ਹਾਈਡਰੋਜਨ ਦਾ ਬੌਂਡ ਹੈ ਜਿਹੜਾ, ਉਹਦੇ ਵਿੱਚ ਇਥੇਨ ਦੇ ਵਿੱਚ ਕਿੰਨਾ ਸੀਗਾ, ਇਥੇਨ ਦੇ ਵਿੱਚ ਸੀਗਾ ਇਹ 110 ਪਿਕੋਮੀਟਰ, ਠੀਕ ਹੈ। ਇੱਥੇ ਕਿੰਨਾ ਹੋਊਗਾ, ਇਹ 108 ਪਿਕੋਮੀਟਰ। ਕਿਉਂ, ਕਿਉਂਕਿ sp2 ਹਾਈਬ੍ਰਿਡ ਆਰਬਿਟਲਸ ਨੇ ਜਿਹੜੇ ਉਹ ਛੋਟੇ ਹੁੰਦੇ ਆ sp3 ਹਾਈਬ੍ਰਿਡ ਆਰਬਿਟਲਸ ਨਾਲੋਂ, ਤਾਂ ਬੌਂਡ ਹੈ ਜਿਹੜਾ ਉਹਦੀ ਲੈਂਥ ਵੀ ਛੋਟੀ ਹੋਊਗੀ, ਠੀਕ ਹੈ। ਉੱਥੇ ਸੀਗਾ 110 ਪਿਕੋਮੀਟਰ, ਇੱਥੇ ਕਿੰਨਾ ਰਹੇਗਾ, 108 ਪਿਕੋਮੀਟਰ। ਹੁਣ ਦੂਸਰਾ ਆਹ ਬੌਂਡ ਉੱਥੇ ਕਿੰਨਾ ਸੀਗਾ, 154 ਪਿਕੋਮੀਟਰ, ਇੱਥੇ ਕਿੰਨਾ ਰਹਿ ਗਿਆ, 134 ਪਿਕੋਮੀਟਰ। ਤਾਂ ਇਹ ਕਿਉਂ ਹੋਇਆ, ਇਹਦੇ ਦੋ ਰੀਜ਼ਨ ਨੇ। ਪਹਿਲਾ ਰੀਜ਼ਨ ਤਾਂ ਇਹੀ ਹੈ ਵੀ sp2 ਹਾਈਬ੍ਰਿਡ ਆਰਬਿਟਲ ਛੋਟੇ ਹੁੰਦੇ ਆ sp3 ਨਾਲੋਂ। ਦੂਸਰਾ ਰੀਜ਼ਨ ਕੀ ਹੈ ਵੀ ਜਿਹੜਾ ਆਹ P ਅਤੇ P ਜਿਹੜੇ ਨੇ ਇਹ ਓਵਰਲੈਪ ਹੋਏ। ਇਹਨਾਂ ਨੇ ਕੀ ਕੀਤਾ, ਜਦੋਂ ਇਹ ਓਵਰਲੈਪ ਹੋਣਗੇ ਤਾਂ ਇੱਕ ਦੂਸਰੇ ਦੇ ਨੇੜੇ ਜਾਣਗੇ। ਨੇੜੇ ਕਦੋਂ ਜਾਣਗੇ, ਜਦੋਂ ਆਹ ਕਾਰਬਨਾਂ ਸੈਂਟਰ ਵਾਲੀਆਂ ਇੱਕ ਦੂਸਰੇ ਦੇ ਨੇੜੇ ਜਾਣਗੀਆਂ, ਠੀਕ ਹੈ। ਅਤੇ ਕਾਰਬਨਾਂ ਸੀ ਜਿਹੜੀਆਂ, ਜਦੋਂ P ਆਰਬਿਟਲਸ ਨੇ ਓਵਰਲੈਪ ਕੀਤਾ ਤਾਂ ਕਾਰਬਨਾਂ ਵੀ ਇੱਕ ਦੂਸਰੇ ਦੇ ਨੇੜੇ ਹੋ ਗਈਆਂ, ਠੀਕ ਹੈ। ਐਜ਼ ਅ ਰਿਜ਼ਲਟ ਕੀ ਹੋਇਆ, ਆਹ ਓਵਰਲੈਪਿੰਗ ਵੀ ਵੱਧ ਗਈ, ਆਹ ਓਵਰਲੈਪਿੰਗ ਵੀ ਵੱਧ ਗਈ, ਡਬਲ ਬੌਂਡ ਬਣ ਗਿਆ। ਜਦੋਂ ਡਬਲ ਬੌਂਡ ਬਣਿਆ, ਠੀਕ ਹੈ, ਕਾਰਬਨਾਂ ਨੇੜੇ ਹੋ ਗਈਆਂ, ਤਾਂ ਬੌਂਡ ਲੈਂਥ ਜਿਹੜੀ ਉਹ ਡਿਕਰੀਜ਼ ਹੋਊਗੀ, ਠੀਕ ਹੈ ਜੀ। ਤਾਂ ਇਸੇ ਕਰਕੇ ਜਿਹੜਾ ਪਹਿਲਾਂ 154 ਪਿਕੋਮੀਟਰ ਦਾ ਕਾਰਬਨ ਸਿੰਗਲ ਬੌਂਡ ਸੀਗਾ, ਉਹ ਡਬਲ ਬੌਂਡ ਜਦੋਂ ਬਣਦਾ ਤਾਂ 134 ਪਿਕੋਮੀਟਰ ਦਾ ਹੀ ਰਹਿ ਜਾਂਦਾ, 20 ਪਿਕੋਮੀਟਰ ਉਹਦੇ ਵਿੱਚੋਂ ਘੱਟ ਜਾਂਦਾ, ਠੀਕ ਹੈ। ਹੁਣ ਤਾਂ ਇਹਦੇ ਵਿੱਚ ਆਹ ਚੀਜ਼ ਧਿਆਨ ਦੇਣ ਵਾਲੀ ਹੈ, ਠੀਕ ਹੈ। ਕਾਰਬਨ ਸਿੰਗਲ ਬੌਂਡ ਹੈ ਜਿਹੜਾ, ਉਹਦੇ ਵਿੱਚ ਸਿਰਫ ਸਿਗਮਾ ਬੌਂਡ ਹੁੰਦਾ। ਸਿਗਮਾ ਬੌਂਡ ਦੇ ਵਿੱਚ ਕਿੰਨੀ ਐਨਰਜੀ ਹੁੰਦੀ ਹੈ ਉਹਦੀ, ਬੌਂਡ ਐਨਰਜੀ, ਮਤਲਬ ਬੌਂਡ ਨੂੰ ਚਾਹੇ ਤੋੜੋ ਚਾਹੇ ਬੌਂਡ ਨੂੰ ਬਣਾ ਦਿਓ, ਤਾਂ ਕਿੰਨੀ ਐਨਰਜੀ ਜਿਹੜੀ ਹੈ ਆਪਾਂ ਨੂੰ ਰਿਲੀਜ਼ ਹੁੰਦੀ ਆ ਜਾਂ ਫਿਰ ਰਿਕੁਆਇਰਡ ਹੁੰਦੀ ਆ। ਬਣਾਉਣ ਦੇ ਵੇਲੇ ਰਿਲੀਜ਼ ਹੁੰਦੀ ਆ, ਤੋੜਨ ਵੇਲੇ ਦੇਣੀ ਪੈਂਦੀ ਆ ਆਪਾਂ ਨੂੰ, ਐਨਰਜੀ ਦੇਣੀ ਪੈਂਦੀ ਹੈ, ਰਿਕੁਆਇਰਡ ਹੁੰਦੀ ਆ, ਠੀਕ ਹੈ। ਤਾਂ ਕਾਰਬਨ ਸਿੰਗਲ ਬੌਂਡ ਦੇ ਵਿੱਚ ਜਿੱਥੇ ਇਕੱਲਾ ਸਿਗਮਾ ਬੌਂਡ ਹੁੰਦਾ ਉੱਥੇ 347 ਕਿਲੋ ਜਾਊਲ 347 ਕਿਲੋ ਜਾਊਲ ਪਰ ਮੋਲ ਐਨਰਜੀ ਹੈ ਜਿਹੜੀ ਉਹ ਨੀਡਡ ਹੈ, ਠੀਕ ਹੈ। ਅਤੇ C ਡਬਲ ਬੌਂਡ C ਹੈ ਜਿਹੜਾ, ਉਹਦੇ ਵਿੱਚ ਇੱਕ ਸਿਗਮਾ ਬੌਂਡ ਹੈ, ਇੱਕ ਪਾਈ ਬੌਂਡ ਆਪਾਂ ਹੁਣੇ ਪੜ੍ਹ ਕੇ ਹਟਿਆ। ਤਾਂ ਉਹਦੇ ਵਿੱਚ ਟੋਟਲ ਐਨਰਜੀ ਕਿੰਨੀ ਹੈ, 598, ਠੀਕ ਹੈ। ਕਿਉਂਕਿ ਇਹਦੇ ਵਿੱਚ ਇਕੱਲਾ ਸਿਗਮਾ ਇੱਥੇ ਹੈਗਾ, ਸਿਗਮਾ ਅਤੇ ਪਾਈ ਦੀ ਆਪਾਂ ਦੋਨਾਂ ਦੀ ਸਬਟਰੈਕਸ਼ਨ ਕਰ ਦਈਏ, 598 - 347, ਤਾਂ ਆਪਣੇ ਕੋਲ ਕੀ ਆ ਜੂਗੀ, ਐਨਰਜੀ ਆਫ ਪਾਈ ਬੌਂਡ, ਠੀਕ ਹੈ। ਐਨਰਜੀ ਆਫ ਪਾਈ ਬੌਂਡ ਕਿਵੇਂ ਆ ਜੂਗੀ, ਸਿਗਮਾ ਪਲੱਸ ਪਾਈ ਮਾਈਨਸ ਸਿਗਮਾ, ਠੀਕ ਹੈ। 598 - 347 347 251 ਕਿਲੋ ਜਾਊਲ ਪਰ ਮੋਲ, ਠੀਕ ਹੈ। ਹੁਣ ਜੇ ਕੰਪੈਰੀਜ਼ਨ ਕਰੀਏ, ਸਿਗਮਾ ਬੌਂਡ ਹੈ ਜਿਹੜਾ ਉਹ 347 ਹੈ, ਪਰ ਜਿਹੜਾ ਪਾਈ ਬੌਂਡ ਹੈ ਉਹ ਕਿੰਨਾ 251, ਤਾਂ ਇਹਦੀ ਐਨਰਜੀ ਘੱਟ ਹੈ ਇਹਦੇ ਨਾਲੋਂ, ਠੀਕ ਹੈ। ਐਨਰਜੀ ਘੱਟ ਹੈ ਤਾਂ ਮਤਲਬ ਵੀਕ ਬੌਂਡ ਹੈ ਇਹ, ਠੀਕ ਹੈ। ਇਕੱਲਾ ਪਾਈ ਬੌਂਡ ਜਦੋਂ ਆਪਾਂ ਦੇਖਦੇ ਹਾਂ, ਜੇ ਇਹਨਾਂ ਦੋਨਾਂ ਦੀ ਕੰਪੈਰੀਜ਼ਨ ਕਰੀਏ, C ਸਿੰਗਲ ਬੌਂਡ ਅਤੇ C ਡਬਲ ਬੌਂਡ ਦੀ, ਮਤਲਬ ਸਿਗਮਾ ਅਤੇ ਸਿਗਮਾ ਪਲੱਸ ਪਾਈ, ਇਹ ਹੈਗਾ 347, ਇਹ ਹੈਗਾ 598। ਇਹਦੀ ਐਨਰਜੀ ਵੱਧ ਹੈ ਤਾਂ ਇਹ ਜ਼ਿਆਦਾ ਸਟਰੋਂਗ ਆ, ਇਹਦੀ ਐਨਰਜੀ ਘੱਟ ਹੈ ਤਾਂ ਇਹ ਘੱਟ ਸਟਰੋਂਗ ਹੈ। ਪਰ ਜੇ ਆਪਾਂ ਇਕੱਲਾ ਸਿਗਮਾ ਅਤੇ ਇਕੱਲਾ ਪਾਈ ਇਹਦੀ ਕੰਪੈਰੀਜ਼ਨ ਕਰਦੇ ਹਾਂ ਤਾਂ ਇਹ 347 ਹੈ, ਇਹ 251 ਹੈ, ਤਾਂ ਪਾਈ ਹੈ ਜਿਹੜਾ ਉਹ ਵੀਕ ਬੌਂਡ ਹੈ ਐਜ਼ ਕੰਪੇਅਰ ਟੂ ਇਕੱਲੇ ਸਿਗਮਾ ਦੇ, ਠੀਕ ਹੈ। ਕੋਲੈਕਟਿਵਲੀ ਦੇਖਾਂਗੇ ਤਾਂ ਪਾਈ ਅਤੇ ਸਿਗਮਾ ਦੋਨੇ ਮਿਲ ਕੇ ਸਟਰੋਂਗ ਬੌਂਡ ਬਣਾਉਣਗੇ ਐਜ਼ ਕੰਪੇਅਰ ਟੂ ਸਿਗਮਾ ਬੌਂਡ ਦੇ, ਠੀਕ ਹੈ।
ਨੈਕਸਟ ਹੈ ਆਪਣੇ ਕੋਲ SP ਹਾਈਬ੍ਰਿਡਾਈਜੇਸ਼ਨ। SP ਹਾਈਬ੍ਰਿਡਾਈਜੇਸ਼ਨ ਦੇ ਵਿੱਚ ਕੀ ਹੋਊਗਾ, ਇਸ ਹਾਈਬ੍ਰਿਡਾਈਜੇਸ਼ਨ ਦੇ ਵਿੱਚ ਇੱਕ S ਆਰਬਿਟਲ ਅਤੇ ਇੱਕ P ਆਰਬਿਟਲ ਹੈ ਜਿਹੜਾ ਮੰਨ ਲਓ PX ਆਰਬਿਟਲ ਕਾਰਬਨ ਦਾ ਮਿਲ ਕੇ ਆਪਣੇ ਕੋਲ 2 ਆਰਬਿਟਲ ਮਿਲੇ ਨੇ ਅਤੇ 2 SP ਆਰਬਿਟਲਸ ਨੇ ਜਿਹੜੇ ਉਹ ਬਣਾ ਦੇਣਗੇ। ਠੀਕ ਹੈ, ਹੁਣ ਕਿਉਂਕਿ ਇਹ 2 ਆਰਬਿਟਲਸ ਬਣੇ, ਮੈਕਸੀਮਮ ਡਿਸਟੈਂਸ ਇਹਨਾਂ ਦੇ ਵਿੱਚ ਜੇ ਰੱਖਣਾ ਹੋਵੇ ਤਾਂ ਕਿਸ ਤਰੀਕੇ ਨਾਲ ਅਲਾਈਨ ਹੋਣਗੇ, ਇਹ ਸਟ੍ਰੇਟ ਲਾਈਨ ਦੇ ਵਿੱਚ ਇੱਕ ਦਾ ਮੂੰਹ ਇੱਕ ਪਾਸੇ ਦੂਸਰੇ ਦਾ ਮੂੰਹ ਦੂਸਰੇ ਪਾਸੇ, ਮਤਲਬ ਆਪੋਜ਼ਿਟ ਡਾਇਰੈਕਸ਼ਨਸ ਦੇ ਵਿੱਚ ਲੋਬਸ ਨੇ ਜਿਹੜੀਆਂ ਇਹਨਾਂ ਦੀਆਂ ਪੁਆਇੰਟ ਕਰਨਗੀਆਂ, ਸਟ੍ਰੇਟ ਲਾਈਨ ਦੇ ਵਿੱਚ ਹੋਣਗੇ ਤਾਂ ਬੌਂਡ ਐਂਗਲ ਕਿੰਨੇ ਦਾ ਹੋ ਜਾਊਗਾ ਇਹਨਾਂ ਦੇ ਵਿੱਚ 180 ਦਾ। ਠੀਕ ਹੈ, ਅਤੇ ਉਸ ਤੋਂ ਬਾਅਦ ਜਿਹੜੇ 2 ਆਰਬਿਟਲਸ ਪਏ ਨੇਗੇ ਅਨਹਾਈਬ੍ਰਿਡਾਈਜ਼ਡ, ਉਹ ਕੀ ਸੀਗਾ ਕਿਉਂਕਿ X ਆਰਬਿਟਲ ਯੂਜ਼ ਹੋਇਆ ਤਾਂ ਸਿਰਫ X ਡਾਇਰੈਕਸ਼ਨ ਦੇ ਵਿੱਚ ਇਹ ਅਲਾਈਨ ਹੋਣਗੇ। ਜਿਹੜੇ PY ਅਤੇ PZ ਨੇ ਉਹ ਕੀ ਹੋਊਗਾ, ਆਪਦੀਆਂ ਐਕਸਿਸ ਦੇ ਵਿੱਚ ਜਿਹੜੇ ਨੇ ਉਹ ਅਲਾਈਨ ਹੋਏ ਰਹਿਣਗੇ। ਠੀਕ ਹੈ, ਹੁਣ ਜਦੋਂ ਧਿਆਨ ਨਾਲ ਦੇਖਾਂਗੇ 2S ਅਤੇ 2PX ਨੇ ਜਿਹੜੇ ਉਹ ਇੰਟਰਮਿਕਸ ਹੁੰਦੇ ਨੇ। ਇੰਟਰਮਿਕਸ ਹੋਣ ਤੋਂ ਬਾਅਦ ਉਹ ਕੀ ਕਰਦੇ ਨੇ, 2 ਆਰਬਿਟਲਸ ਨੇ ਜਿਹੜੇ ਇਹ ਬਣਾ ਦਿੰਦੇ ਨੇ SP ਆਰਬਿਟਲਸ। ਠੀਕ ਹੈ, ਜਿਹੜੇ ਦੂਸਰੇ 2 ਆਰਬਿਟਲਸ ਰਹਿ ਗਏ PX ਅਤੇ PY, PY ਹੋ ਗਿਆ, PZ ਆਰਬਿਟਲ ਹੋ ਗਿਆ। ਠੀਕ ਹੈ, 2 ਆਰਬਿਟਲਸ ਅਨਹਾਈਬ੍ਰਿਡਾਈਜ਼ਡ ਹੈਗੇ। ਇਹ ਅਨਹਾਈਬ੍ਰਿਡਾਈਜ਼ਡ ਆਰਬਿਟਲਸ ਨੇ ਜਿਹੜੇ ਇਹ SP ਆਰਬਿਟਲਸ ਨੇ ਜਿਹੜੇ, ਕਿਉਂਕਿ X ਐਕਸਿਸ ਨੇ ਤਾਂ ਇਹ ਆਪਸ 'ਚ ਵੀ ਪਰਪੈਂਡੀਕੂਲਰ ਹੋਣਗੇ, ਇੱਕ Y ਡਾਇਰੈਕਸ਼ਨ 'ਚ ਇੱਕ Z ਡਾਇਰੈਕਸ਼ਨ 'ਚ ਆਪਸ 'ਚ ਵੀ ਪਰਪੈਂਡੀਕੂਲਰ ਹੋਣਗੇ ਅਤੇ X ਦੇ ਵੀ ਪਰਪੈਂਡੀਕੂਲਰ ਹੋਣਗੇ। 3 ਐਕਸਿਸ ਹੁੰਦੀਆਂ ਨੇ, ਤਿੰਨੇ ਇੱਕ ਦੂਸਰੇ ਦੇ 90 ਡਿਗਰੀ 'ਤੇ ਹੁੰਦੀਆਂ ਨੇ। ਠੀਕ ਹੈ, ਅਤੇ ਜਿਹੜਾ SP ਹਾਈਬ੍ਰਿਡ ਆਰਬਿਟਲਸ ਨੇ, ਠੀਕ ਹੈ, ਕਿਉਂਕਿ ਇੱਕੋ ਹੀ P ਆਰਬਿਟਲ ਯੂਜ਼ ਹੋਇਆ ਇਸ ਦੇ ਨਾਲ। ਠੀਕ ਹੈ, ਤਾਂ ਇਹਨਾਂ ਦਾ ਸਾਈਜ਼ ਉਦੋਂ ਵੀ ਛੋਟਾ ਹੋਊਗਾ SP ਦੇ ਨਾਲ, SP2 ਦੇ ਨਾਲੋਂ, ਅਤੇ SP2 ਨੇ ਜਿਹੜੇ ਆਪਾਂ ਨੂੰ ਪਤਾ SP3 ਨਾਲੋਂ ਛੋਟੇ ਹੁੰਦੇ ਨੇ। ਤਾਂ ਸਭ ਤੋਂ ਛੋਟਾ ਜਿਹੜਾ ਆਰਬਿਟਲਸ ਹਾਈਬ੍ਰਿਡ ਆਰਬਿਟਲਸ ਹੋਣਗੇ ਕਾਰਬਨ ਦੇ, ਉਹ ਕਿਹੜੇ ਹੋਣਗੇ, SP ਆਰਬਿਟਲਸ। ਠੀਕ ਹੈ, ਉਸ ਤੋਂ ਬਾਅਦ ਕਿਸੇ ਵੀ ਕਾਰਬਨ ਐਟਮ ਦੇ ਵਿੱਚ ਜੇ SP ਹਾਈਬ੍ਰਿਡਾਈਜੇਸ਼ਨ ਹੁੰਦੀ ਹੈ, ਠੀਕ ਹੈ, ਤਾਂ 3 ਬੌਂਡ ਬਣਨਗੇ, ਚਾਹੇ ਤਾਂ ਇੱਕ ਟ੍ਰਿਪਲ ਬੌਂਡ ਬਣ ਜੇ, ਚਾਹੇ 2 ਡਬਲ ਬੌਂਡ ਬਣ ਜਾਣ। ਠੀਕ ਹੈ, ਇੱਕ ਗੱਲ ਦਾ ਧਿਆਨ ਰੱਖਿਓ, ਕਿਉਂਕਿ ਕਾਰਬਨ 4 ਬੌਂਡ ਬਣਾਉਂਦੀ ਹੈ। ਠੀਕ ਹੈ, ਜਾਂ ਤਾਂ ਉਹ ਇੱਕ ਬੌਂਡ ਸਿੰਗਲ ਅਤੇ ਇੱਕ ਬੌਂਡ ਟ੍ਰਿਪਲ ਬਣਾਊਗੀ। ਠੀਕ ਹੈ, ਜਾਂ ਫਿਰ ਉਹ ਦੋਨੇ ਬੌਂਡ ਡਬਲ ਬਣਾਊਗੀ। ਜੇ ਇੱਕ ਬੌਂਡ ਸਿੰਗਲ ਇੱਕ ਟ੍ਰਿਪਲ ਬਣਾਉਂਦੀ ਹੈ ਤਾਂ ਐਲਕਾਈਨਸ ਬਣਨਗੀਆਂ। ਠੀਕ ਹੈ, ਜੇ ਦੋਨੇ ਬੌਂਡ ਡਬਲ ਬਣਾਉਂਦੀਆਂ ਨੇ ਤਾਂ ਕੀ ਬਣਨਗੀਆਂ, ਅਲੀਨਸ। ਅਲੀਨਸ ਇੱਕ ਸਪੈਸ਼ਲ ਕੈਟੇਗਰੀ ਆ, ਉਹ ਤੁਹਾਡੇ ਸਿਲੇਬਸ ਦੇ ਵਿੱਚ ਹੈ ਨਹੀਂ, ਬਸ ਇੱਦਾਂ ਸਮਝ ਲਿਓ ਵੀ ਹਾਂ ਜੇ 2 ਡਬਲ ਬੌਂਡ ਬਣਦੇ ਆ ਤਾਂ ਐਲੀਨ ਬਣੂ, ਜੇ ਇੱਕ ਸਿੰਗਲ ਅਤੇ ਇੱਕ ਟ੍ਰਿਪਲ ਬਣਦਾ ਤਾਂ ਐਲਕਾਈਨ ਬਣੂਗਾ। ਠੀਕ ਹੈ, ਹੁਣ ਜਦੋਂ S ਕਰੈਕਟਰ P ਕਰੈਕਟਰ ਦੇਖਾਂਗੇ, ਕਿਉਂਕਿ ਇੱਕ S ਹੈ ਇੱਕ P ਹੈ। ਠੀਕ ਹੈ, ਤਾਂ ਹਾਫ ਦੋਨਾਂ ਦਾ ਕਰੈਕਟਰ ਹੋਊਗਾ 1/2 1/2। ਠੀਕ ਹੈ, 50-50% ਦੋਨੇ, S ਕਰੈਕਟਰ ਵੀ 50%, P ਕਰੈਕਟਰ ਵੀ 50% ਹੋਊਗਾ। ਹੁਣ ਅੱਗੇ ਦੀ ਐਗਜ਼ਾਮਪਲ ਕੀ ਆ, ਫਾਰਮੇਸ਼ਨ ਆਫ ਇਥਾਈਨ। ਇਥਾਈਨ ਕੀ ਹੁੰਦਾ, CH ਟ੍ਰਿਪਲ ਬੌਂਡ CH। ਇਥਾਈਨ ਦੇ ਵਿੱਚ ਸੇਮ ਉਹੀ ਚੀਜ਼ ਪਹਿਲਾਂ ਵਾਲੀ ਆਪਾਂ ਦੇਖਣੀ ਆ, 2 ਕਾਰਬਨਾਂ ਨੇ, ਦੋਨੇ SP ਹਾਈਬ੍ਰਿਡਾਈਜ਼ਡ ਨੇ। SP ਹਾਈਬ੍ਰਿਡਾਈਜ਼ਡ ਨੇ ਤਾਂ ਦੋਨਾਂ ਕੋਲ 2 ਆਰਬਿਟਲ ਹਾਈਬ੍ਰਿਡਾਈਜ਼ਡ ਆਰਬਿਟਲਸ ਨੇ। 2 ਆਰਬਿਟਲਸ ਨੇ ਜਿਹੜੇ ਉਹ ਹਨ ਅਨਹਾਈਬ੍ਰਿਡਾਈਜ਼ਡ P ਆਰਬਿਟਲਸ ਪਏ ਨੇ। ਠੀਕ ਹੈ, ਤਾਂ ਪਹਿਲਾਂ ਕੀ ਹੋਊਗਾ, ਸਭ ਤੋਂ ਪਹਿਲਾਂ ਜਿਹੜੇ ਹਾਈਬ੍ਰਿਡਾਈਜ਼ਡ ਆਰਬਿਟਲਸ ਨੇ, ਇੱਕ ਹਾਈਬ੍ਰਿਡ ਆਰਬਿਟਲਸ ਹੈ ਜਿਹੜਾ ਉਹ ਦੋਨੇ ਕਾਰਬਨਸ ਦਾ ਆਪਸ ਦੇ ਵਿੱਚ ਓਵਰਲੈਪ ਕਰਕੇ ਕਾਰਬਨ ਸਿਗਮਾ ਬੌਂਡ ਬਣਾ ਦੇਣਗੇ। ਠੀਕ ਹੈ, ਕਾਰਬਨ ਸਿਗਮਾ ਬੌਂਡ ਜਿਹੜਾ ਉਹ ਦੂਸਰਾ ਆਰਬਿਟਲ ਪਿਆ ਉਹ 1s ਆਰਬਿਟਲ ਆਫ ਹਾਈਡਰੋਜਨ ਨਾਲ ਮਿਲ ਕੇ 2 ਕਾਰਬਨ ਹਾਈਡਰੋਜਨ ਸਿਗਮਾ ਬੌਂਡਸ ਬਣਾ ਦੇਣਗੇ। ਠੀਕ ਹੈ, ਜਿਹੜੇ ਅਨਹਾਈਬ੍ਰਿਡਾਈਜ਼ਡ ਆਰਬਿਟਲਸ ਪਏ ਨੇ ਆਪਣੇ ਕੋਲੇ, ਜੇ ਆਪਾਂ ਧਿਆਨ ਨਾਲ ਦੇਖਾਂਗੇ ਅਨਹਾਈਬ੍ਰਿਡਾਈਜ਼ਡ ਆਰਬਿਟਲਸ ਇੱਦਾਂ। ਠੀਕ ਹੈ, SP ਅਤੇ SP ਇਹਨਾਂ ਨੇ ਮਿਲ ਕੇ ਸਿਗਮਾ ਬੌਂਡ ਬਣਾਤਾ ਪਹਿਲਾਂ ਤਾਂ। ਠੀਕ ਹੈ, ਕਾਰਬਨ ਸਿਗਮਾ ਬੌਂਡ। ਉਸ ਤੋਂ ਬਾਅਦ ਜਿਹੜੇ ਹੈਗੇ ਨੇ ਇਹਨਾਂ ਨੇ ਹਾਈਡਰੋਜਨ ਨਾਲ ਮਿਲ ਕੇ ਇੱਥੇ ਹਾਈਡਰੋਜਨ ਨਾਲ ਮਿਲ ਕੇ ਇਹਨਾਂ ਨੇ ਓਵਰਲੈਪ ਕਰਕੇ ਇਹਨਾਂ ਨੇ ਕਾਰਬਨ ਹਾਈਡਰੋਜਨ ਬੌਂਡ ਬਣਾਤਾ। ਠੀਕ ਹੈ, ਕਾਰਬਨ ਹਾਈਡਰੋਜਨ ਬੌਂਡ ਬਣਾਉਣ ਤੋਂ ਬਾਅਦ ਜਿਹੜੇ 2 ਅਨਹਾਈਬ੍ਰਿਡਾਈਜ਼ਡ P ਆਰਬਿਟਲਸ ਪਏ ਸੀ ਉਹ ਆਪਸ 'ਚ ਓਵਰਲੈਪ ਹੋਏ। ਜਿਹੜਾ PY ਹੈ ਉਹ PY ਦੇ ਨਾਲ ਹੋਊਗਾ, ਮਤਲਬ ਜਿਹੜੇ ਸੇਮ ਪਲੇਨ ਦੇ ਵਿੱਚ ਨੇ, ਆ Y ਹੈ ਤਾਂ ਆ Y ਹੈ। ਠੀਕ ਹੈ, PY ਦੇ ਨਾਲ ਹੋਊਗਾ। ਠੀਕ ਹੈ, ਇੱਥੇ ਮੈਂ ਗਲਤ ਕਰ ਗਿਆ ਥੋੜ੍ਹਾ ਜਿਹਾ, ਇਹ ਹੈਗਾ PY ਆਪਣੇ ਕੋਲ। ਠੀਕ ਹੈ, ਆ ਨਹੀਂ ਹੈਗਾ, ਆ ਵੀ PY ਆ। ਠੀਕ ਹੈ, ਨਾ PZ ਹੋ ਗਿਆ, ਆ PZ ਹੋ ਗਿਆ। PY ਦੇ ਨਾਲ ਓਵਰਲੈਪ ਕਰੂਗਾ, PZ ਆ ਜਿਹੜਾ PZ ਦੇ ਨਾਲ ਓਵਰਲੈਪ ਕਰੂਗਾ। ਹੁਣ ਧਿਆਨ ਰੱਖਿਓ ਵੀ ਇੱਕ ਓਵਰਲੈਪਿੰਗ ਹੋ ਰਹੀ ਹੈ ਤਾਂ ਇੱਕ ਡਬਲ ਬੌਂਡ ਬਣੂਗਾ, ਕਿਉਂਕਿ 2 ਓਵਰਲੈਪਿੰਗਸ ਹੋ ਰਹੀਆਂ ਨੇ, 2 ਉੱਪਰ 2 ਥੱਲੇ, ਤਾਂ ਕੀ ਹੋਊਗਾ, 2 ਡਬਲ ਬੌਂਡ ਬਣਨਗੇ। ਠੀਕ ਹੈ, ਜਦੋਂ ਬੌਂਡ 2 ਪਾਈ ਬੌਂਡ ਬਣ ਗਏ ਆਪਣੇ ਕੋਲ, ਇੱਕ ਸਿਗਮਾ ਬੌਂਡ ਪਹਿਲਾਂ ਹੀ ਸੀ ਤਾਂ ਟੋਟਲ ਕਿੰਨਾ ਬਣ ਗਿਆ, ਟ੍ਰਿਪਲ ਬੌਂਡ ਬਣ ਗਿਆ। ਠੀਕ ਹੈ, ਬੌਂਡ ਐਨਰਜੀ ਜਿਹੜੀ ਇਹਦੀ ਬਣੀ ਉਹ ਕਿੰਨੀ ਬਣੀ, 803.3
3 किलो जूल पर मोल 803.3 किलो जूल पर मोल जी है यदी बॉन्ड एनर्जी बनती है। ठीक है, तो वो कितनी सी 500 सीगी जो आप ध्यान नाल देखते हैं 598 तो पहले की सी 347 मतलब जो ट्रिपल बॉन्ड है वो सब तो वध स्ट्रोंग होंदा गा डबल तो सिंगल दे नालों। ठीक है, हुण जो आप देखांगे ये होगा कि पहला सब तो पहला बॉन्ड लेंथ देखांगे आप कार्बन हाइड्रोजन बॉन्ड लेंथ है क्योंकि SP हाइब्रिड ऑर्बिटल्स ने जिहड़े ठीक है वो छोटे होंदे ने SP2 ते SP3 दे नालों। SP हाइब्रिड ऑर्बिटल्स ने जिहड़े वो छोटे ने SP2 ते SP3 दे नालों। तो कार्बन हाइड्रोजन बॉन्ड है जिहड़ा ते कार्बन कार्बन बॉन्ड्स ने वो भी छोटे होणगे। कार्बन कार्बन ट्रिपल बॉन्ड है जिहड़ा वो कितना रह जांदा 120 पिकोमीटर। सिंगल कितना सीगा 154, डबल कितना 134, ट्रिपल कितना हो गया 120। ठीक है, कार्बन हाइड्रोजन बॉन्ड है जिहड़ा वो पहला कितना सीगा एल्केन्स दे विच सिंगल बॉन्ड दे विच कितना सीगा SP3 हाइब्रिडाइजेशन च कितना सीगा 110, SP2 च कितना हो गया 108, SP च कितना हो गया 106। ठीक है, तो जिमें जिमें हाइब्रिडाइजेशन है जी S करैक्टर जोड़ा है वादा या P करैक्टर घटता उवें उवें जो बॉन्ड लेंथ है वो भी जी है डिक्रीज हो जाती है। ठीक है, हुण नैक्सट है अपने को हाइब्रिडाइजेशन तो आप पढ़ ली। हुण हाइब्रिडाइजेशन के की इफैक्ट्स पैंदे ने मॉलिक्यूल्स के उपर आप वो जोड़ा है वो स्टडी करना आप। ठीक है, सब तो पहला तो 3 प्रॉपर्टीज आप इत्थे डिस्कस करांगे बॉन्ड लेंथ, बॉन्ड एनर्जी ते बॉन्ड एंगल। ठीक है, जो बॉन्ड लेंथ है बॉन्ड लेंथ की होंदा भी जो दो एटम्स मिल के मॉलिक्यूल बनाउंदे ने एक बॉन्ड बनाउंदे ने। ठीक है, तो उन्हां दे विच एक फिक्स डिस्टेंस होंदा। ठीक है, एक डिस्टेंस होंदा उन्हां दे न्यूक्लियाई जिहड़े होंदे ने न्यूक्लियस होंदे ने उन्हां दे विच एक डिस्टेंस होंदा उस डिस्टेंस नूं आपां कहने आ बॉन्ड लेंथ। ठीक है, बॉन्ड लेंथ नूं मेजर करन दे 2 यूनिट्स होंदे अपने कोले पिकोमीटर ते एंगस्ट्रॉम। पिकोमीटर है जिहड़ा 10⁻12 मीटर के बराबर होंदा, एंगस्ट्रॉम होंदा जिहड़ा ओह होंदा 10⁻10 मीटर के बराबर। ठीक है, हुण इहदे विच 3 चीज़ां ने अपने कोले। सब तो पहली चीज़ किमें हाइब्रिडाइजेशन है जी बॉन्ड लेंथ में अफैक्ट करती है। सब तो पहला तो जदों हाइब्रिडाइजेशन सेम रहूगी, मान लो SP3 है। ठीक है, उत्थे सिंगल बॉन्ड बनने सारे कार्बन के। जो हाइब्रिडाइजेशन सेम है तो एटम है जिहड़ा कार्बन के नाल बॉन्डेड एटम वो चेंज हो रहा। जिवें सब तो पहला इत्थे अपने को आया कार्बन ते क्लोरीन का बॉन्ड, फिर आया अपने को कार्बन ते ब्रोमीन का बॉन्ड, फिर आया कार्बन ते आयोडीन का बॉन्ड। हुण जिमें जिमें नाल वाले एटम का कार्बन तो सेम ही है इन्हां दे विच। क्लोरीन है जिहड़ा आपां नूं पता भी ब्रोमीन नालों छोटा होंदा, ब्रोमीन है जिहड़ा अगे वो आयोडीन नालों छोटा होंदा। जे साइज़ देखिए सब तो छोटा उस तो वड्डा उस तो वड्डा। ठीक है, फ्लोरीन क्लोरीन ब्रोमीन आयोडीन पीरियोडिक टेबल याद कर लियो, तुहानूं लोड़ पऊगी। ठीक है, इनऑर्गेनिक ज़्यादा लोड़ पऊगी एज़ कंपेयर टू ऑर्गेनिक दे। ठीक है, तो क्लोरीन ब्रोमीन आयोडीन, आयोडीन सब तो वड्डा होंदा साइज़ दे विच ब्रोमीन नालों भी ते क्लोरीन नालों भी, ब्रोमीन अगे क्लोरीन नालों वड्डा। ठीक है, तो जिमें जिमें साइज़ वधूगा, जिमें जिमें साइज़ वधदा किसी चीज़ का, ठीक है, उवें उवें सेंटर्स दे विच भी डिस्टेंस वधूगा। मान लो कार्बन का साइज़ इन्ना है, ठीक है, क्लोरीन का साइज़ जे इन्ना है अपने कोले, ब्रोमीन का साइज़ इन्ना हो गया, अगे आयोडीन का साइज़ उस तो भी वध गया। ठीक है, तो कार्बन तो इन्ना ही है। ठीक है, तो इन्हां दे सेंटर्स ने जिहड़े उन्हां दे विच डिस्टेंस है जिहड़ा ओह वध रहा। ठीक है, सेंटर दूर जाई जाऊगा ना, जिवें जिवें वड्डा होगा तो डिस्टेंस वधी जाऊगा। जो डिस्टेंस वधूगा तो जिहड़ा उहदा है बॉन्ड लेंथ है जी वो भी वधूगी। कार्बन क्लोरीन की होंगी 177, कार्बन ब्रोमीन की होंगी 191 तो कार्बन आयोडीन की कितनी होंगी 213 पिकोमीटर। ठीक है, हुण नैक्सट है मल्टीपलिसिटी ऑफ बॉन्ड। मल्टीपलिसिटी की होंगी अपने कोले, मतलब मल्टीपल बॉन्ड जो आ जाए, डबल बॉन्ड आ जाए या ट्रिपल बॉन्ड आ जाए, मतलब सिंगल बॉन्ड ना हो, मल्टीपल बॉन्ड्स होण, उत्थे आपां की कहांगे मल्टीपलिसिटी या फिर बॉन्ड ऑर्डर। ठीक है, बॉन्ड ऑर्डर भी आपां इहनूं कह दिंदे भी फस्ट ऑर्डर का बॉन्ड है, सिंगल बॉन्ड है, या डबल सैकेंड ऑर्डर बॉन्ड है, डबल बॉन्ड है, या फिर थर्ड ऑर्डर बॉन्ड है, ट्रिपल बॉन्ड है। ठीक है, हुण आपां पढ़ के हटे भी जिहड़ा सिंगल बॉन्ड हुंदा वो सब तो लंबा हुंदा क्योंकि SP3 हाइब्रिड ऑर्बिटल्स होंदे ने ते पाई बॉन्ड कोई भी नहीं हुंदा, कार्बन एक दूसरे तो दूर होंदियां ने। जदों SP2 हाइब्रिडाइजेशन होंदी आ, कार्बन एक दूसरे नेड़े आ जांदियां ने, PZ ऑर्बिटल जदों ओवरलैप करदे। दूसरी गल SP2 जिहड़े ने ऑर्बिटल्स ने जिहड़े वो छोटे होंदे ने साइज़ दे विच SP3 नालों। इस तरह SP ने जिहड़े SP2 ते SP3 दोनों नालों छोटे होंदे ने ते दो उहदे विच पाई बॉन्ड बनदे ने, कार्बन बहुत ज़्यादा नेड़े आ जांदियां ने, तो बॉन्ड है जिहड़ा उदों भी घट जांदा, बॉन्ड लेंथ है जिहड़ी उदों भी घट जांदी है। ठीक है, हुण कार्बन कार्बन जिमें जिमें मल्टीपलिसिटी वधूगी उवें उवें दोने कार्बन नेड़े आउणगीआं, तां दोनों कार्बनों का जिहड़ा बॉन्ड लेंथ है जिहड़ी वो घटूगी।
सिंगल बॉन्ड 154 होंदा, डबल 134, ट्रिपल 120। ठीक है, ये सी मल्टीपलिसिटी ਆਪਾਂ पढ़ के हटिया होने। उस तो बाद है टाइप ऑफ हाइब्रिडाइजेशन। ये चीज़ तुसी ये चीज़ इंपॉर्टेंट है। ये ऑर्डर आया भी है पेपर दे विच। ठीक है, 2-3 वारी आ गया है, 2-3 साल आउंदा रहा लगातार, कदे कदे एक बारी छड्ड के आ गया, कदे 2 साल लगातार आया। ठीक है, इदां दा क्वेश्चन आया इहदा। हुण इहदे विच की है हाइब्रिडाइजेशन जिवें जिवें होऊगी, आपां नूं पता भी हाइब्रिड ऑर्बिटल्स ने जिहड़े sp3 वाला जिहड़ा ऑर्बिटल है वो sp2 नालों वड्डा होगा। sp2 है जिहड़ा sp नालों ऑर्बिटल वड्डा होगा। जिन्ना वड्डा ऑर्बिटल का साइज़ होगा, ठीक है, उन्नी वो ओवरलैपिंग करूगा। ठीक है, हुण जदों आपां ध्यान नाल देखांगे इत्थे आ जिहड़ा बॉन्ड है इत्थे sp3 हाइब्रिडाइजेशन है। ठीक है, थोनों ये चीज़ भी नहीं दित्ती हो सकती, इदां दिता हो सकता मॉलिक्यूल। तुसीं की देखना, बॉन्ड देखने भी सिंगल ने सारे, एक डबल है या एक ट्रिपल है। ठीक है, जे आ चीज़ नहीं दित्ती हुई थोनों हाइब्रिडाइजेशन तो तुसीं की देखना, बॉन्ड ऑर्डर देखना भी सिंगल डबल है या ट्रिपल है। जिहड़ा ट्रिपल है उत्थे की है sp हाइब्रिडाइजेशन, जिहड़ा डबल है उत्थे sp2 हाइब्रिडाइजेशन, जिहड़ा सिंगल है उत्थे sp3 हाइब्रिडाइजेशन। हुण sp3 वाला ऑर्बिटल है जिहड़ा कार्बन ते हाइड्रोजन का, ठीक है, वो ऑर्बिटल सब तो वड्डा है। ठीक है, तो जिहड़ा sp2 है उस तो छोटा है, sp है जिहड़ा सब तो छोटा है। ठीक है, तो ਇਹਦਾ क्योंकि ऑर्बिटल वड्डा तो बॉन्ड लेंथ भी वड्डी होगी, ਇਹਦਾ ऑर्बिटल छोटा तो बॉन्ड लेंथ भी छोटी होगी, ਇਹਦਾ सब तो छोटा तो बॉन्ड लेंथ सब तो छोटी होगी। ठीक है, तो sp3 ਦੇ ਵਿੱਚ कार्बन कार्बन नहीं देखना, ਇੱਥੇ ਆਪਾਂ कार्बन कार्बन देखिया सी, ਇੱਥੇ ਆਪਾਂ देखना कार्बन ਤੇ हाइड्रोजन ਦਾ, ਜਾਂ ਫਿਰ कार्बन ਤੇ ਉਹਦੇ ਨਾਲ ਕੋਈ ਹੋਰ ਐਟਮ ਅਟੈਚ ਹੈ ਜਿਹਦੇ ਨਾਲ ਸਿੰਗਲ ਬੌਂਡ ਬਣਾਉਂਦਾ ਉਹਦਾ। ਠੀਕ ਹੈ, आ बॉन्ड सब तो वड्डा होगा, अपन पता कितना होंदा 110। ठीक है, आ बॉन्ड 100 उस तो छोटा होगा, कितना होंदा 108। आ बॉन्ड कितना है 106। ठीक है, बॉन्ड लेंथ है वैसे जी है नीयरली इक्वल है। ठीक है, मॉलिक्यूल टू मॉलिक्यूल वैरी करूगी, जिवें मिथेन दे विच कुछ होर होगी, इथेन दे विच कुछ होर, प्रोपेन दे विच कुछ होर। मतलब जिवें मान लो जिवें 110 है तो मिथेन दे विच जे 110 है तो इथेन दे विच 109.9। ठीक है, प्रोपेन दे विच 109.8 ਜਾਂ 110.1 इदां भी हो सकती है, वध भी सकती है, माड़ी मोटी घट भी सकती है, मतलब नीयरली इक्वल टू 110 होगी। ठीक है, तो हुण इस चीज़ नूं आपां एक तरीके नाल होर रिप्रजेंट होर आपां ओह कर सकते हैं, जिवें जिवें एस करैक्टर वधूगा। हुण ये चीज़ का ध्यान रखियो भी ये चीज़ का मतलब की बनिया, जो आप देखते हैं ना एस करैक्टर का मतलब की है, एस करैक्टर जिमें जिमें वधदा, हुण एस ऑर्बिटल है जिहड़ा वो सब तो नेड़े होंदा गा न्यूक्लियस ते। ठीक है, ये चीज़ का ध्यान रखियो, क्योंकि एस ऑर्बिटल है जिहड़ा जे आ न्यूक्लियस है तुहाडे कोले तो आ एस ऑर्बिटल होऊगा तुहाडे कोले। ठीक है, जो पी ऑर्बिटल बनाओगे तो पी ऑर्बिटल दी लोब्स इदां बनणगीआं। ठीक है, तो हुण एस नेड़े है कि पी दी लोब नेड़े है, जो ओवरलैपिंग होगी तो इदां होगी एस नाल, इदां होगी पी दे नाल। ठीक है, तो आ ओवरलैपिंग नेड़े है न्यूक्लियस से, या आ वाली नेड़े है ना एस एस दी ओवरलैपिंग नेड़े है, तो मतलब एस ऑर्बिटल जिन्ना इफेक्ट करूगा साइज़ नूं बॉन्ड लेंथ नूं, उन्ना पी ऑर्बिटल नहीं इफेक्ट करूगा। तो जिमें जिमें एस करैक्टर वध रहा उवें उवें जिहड़ा दूसरा एटम आ वो कार्बन दे न्यूक्लियस दे नेड़े जांदा, कार्बन दे न्यूक्लियस दे नेड़े जाऊगा। ठीक है, ਤਾਂ ਕੀ ਹੋਊਗਾ ਆਪਣੇ ਕੋਲੇ ਉਹਦੇ ਬੌਂਡ ਲੈਂਥ ਹੈ ਜਿਹੜੀ ਉਹ ਡਿਕਰੀਜ਼ ਹੋਊਗੀ। ਇਹ ਚੀਜ਼ ਨੂੰ ਧਿਆਨ ਰੱਖਿਓ, ਜਿਵੇਂ ਜਿਵੇਂ ਐਸ ਕਰੈਕਟਰ ਵਧੂਗਾ ਉਵੇਂ ਉਵੇਂ ਜਿਹੜਾ ਬੌਂਡ ਲੈਂਥ ਹੈ ਜਿਹੜੀ ਉਹ ਘਟੂਗੀ। ਕਿਉਂ? ਕਿਉਂਕਿ ਦੂਸਰਾ ਐਟਮ ਕਾਰਬਨ ਦੇ ਨਿਊਕਲੀਅਸ ਦੇ ਨੇੜੇ ਜਾਈ ਜਾਂਦਾ। ਐਸ ਦੇ ਆਰਬਿਟਲ ਜਿਹੜਾ ਉਹ ਵੱਧ ਨੇੜੇ ਹੁੰਦਾ ਨਿਊਕਲੀਅਸ ਦੇ ਐਜ਼ ਕੰਪੇਅਰ ਟੂ ਪੀ ਦੇ। ਜਿਵੇਂ ਜਿਵੇਂ ਪੀ ਕਰੈਕਟਰ ਵਧੂਗਾ ਉਵੇਂ ਉਵੇਂ ਜਿਹੜਾ ਉਹ ਹੈ ਉਹ ਦੂਰ ਜਾਈ ਜਾਊਗਾ। ਹੁਣ ਇਹਦੇ ਵਿੱਚ ਪੀ ਕਰੈਕਟਰ ਕਿੰਨਾ ਹੁੰਦਾ 66। ਠੀਕ ਹੈ, ਇੱਥੇ ਕਿੰਨਾ ਹੁੰਦਾ ਇੱਥੇ ਕਿੰਨਾ ਹੁੰਦਾ 75, ਇੱਥੇ ਹੁੰਦਾ 66, ਇੱਥੇ ਕਿੰਨਾ 50। तो पी करैक्टर जो देखिए इधर नूं वध रहा, एस करैक्टर जो देखिए तो इधर नूं वध रहा। ठीक है, जिवें जिवें एस करैक्टर वधूगा बॉन्ड लेंथ डिक्रीज़ होगी, जिवें जिवें पी करैक्टर वधूगा बॉन्ड लेंथ इनक्रीज़ होगी। यही चीज़ हो रही है। ठीक है, इस चीज़ का ध्यान रखना है तुसीं। नैक्सट है अपने कोले बॉन्ड एनर्जी। जी बॉन्ड एनर्जी आ की होंदी है एनर्जी रिलीज ड्यूरिंग फॉर्मेशन ऑफ बॉन्ड। जो बॉन्ड बनता उदों जी एनर्जी रिलीज़ होंदी है, या फिर जो बॉन्ड टुटदा उदों एनर्जी किन्नी देनी पैंदी आपां नूं बॉन्ड तोड़न वास्ते। वो दोनों एनर्जीज़ ने जिहड़ियां दोनों एनर्जीज़ नूं आपां कहांगे बॉन्ड एनर्जी। ठीक है, जो टुटदा उदों आपां की कहते हैं बॉन्ड डिसोसीएशन एनर्जी, जो बॉन्ड बनता उदों आपां की कहते हैं बॉन्ड फॉर्मेशन एनर्जी। इस चीज़ का ध्यान रखना, फॉर्मेशन वेले रिलीज़ होगी। ठीक है, तो टुटन वेले जो बॉन्ड टुटदा है डिसोशीएट होंदा उस टाइम पर आपां नूं एनर्जी जिहड़ी है प्रोवाइड करनी पऊगी। ठीक है, तो उत्थे एनर्जी का बस साइन का फर्क पै जाऊगा प्लस माइनस का, बाकी एनर्जी की वैल्यू सेम रहूगी। हुण आपां बॉन्ड एनर्जी जिहड़ी है वो किवें इफेक्ट करती है,
ਬੌਂਡਡ ਮਤਲਬ ਹਾਈਬ੍ਰਿਡਾਈਜੇਸ਼ਨ ਨਾਲ ਕਿਵੇਂ ਇਫੈਕਟ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਸਾਈਜ਼ ਆਫ ਬੌਂਡਡ ਆਈਟਮਸ, ਜਦੋਂ ਆਪਣੇ ਕੋਲ ਹਾਈਬ੍ਰਿਡਾਈਜੇਸ਼ਨ ਸੇਮ ਰਹਿੰਦੀ ਆ, ਠੀਕ ਹੈ, ਜਦੋਂ ਹਾਈਬ੍ਰਿਡਾਈਜੇਸ਼ਨ ਆਪਣੇ ਕੋਲ ਸੇਮ ਰਹੂਗੀ ਤਾਂ ਬੌਂਡਡ ਆਈਟਮਸ ਨੇ ਜਿਹੜੇ ਉਹ ਡਿਫਰੈਂਟ ਸਾਈਜ਼ 'ਤੇ ਆ ਰਹੇ ਨੇ, ਠੀਕ ਹੈ। ਤਾਂ ਜਦੋਂ ਬੌਂਡ ਦੇ ਵਿੱਚ ਡਿਫਰੈਂਟ ਸਾਈਜ਼ ਦੇ ਆਈਟਮਸ ਆ ਰਹੇ ਨੇ, ਜਿਵੇਂ ਕਾਰਬਨ, ਕਲੋਰੀਨ, ਕਾਰਬਨ, ਬ੍ਰੋਮੀਨ, ਕਾਰਬਨ, ਆਇਓਡੀਨ ਸੀਗਾ ਆਪਣੇ ਕੋਲ, ਜੇ ਉਹੀ ਚੀਜ਼ਾਂ ਆਪਾਂ ਦੇਖੀਏ ਤਾਂ ਜਿਵੇਂ ਸਾਈਜ਼ ਇਨਕਰੀਜ਼ ਹੋਊਗਾ, ਠੀਕ ਹੈ, ਉਵੇਂ ਆਪਣੇ ਕੋਲ ਕੀ ਹੈਗਾ, ਉਵੇਂ ਆਪਣੇ ਕੋਲ ਬੌਂਡ ਦੀ ਲੈਂਥ ਵਧੀ ਜਾਊਗੀ। ਜਿੰਨੀ ਬੌਂਡ ਦੀ ਲੈਂਥ ਜ਼ਿਆਦਾ ਹੋਊਗੀ ਓਨਾ ਬੌਂਡ ਤੋੜਨਾ ਸੌਖਾ ਹੋਊਗਾ, ਠੀਕ ਹੈ। ਤੁਹਾਡੇ ਕੋਲ ਦੋ ਡੰਡੀਆਂ ਨੇ, ਇੱਕ ਛੋਟੀ ਹੈ ਇੱਕ ਵੱਡੀ ਹੈ, ਠੀਕ ਹੈ। ਜਿਹੜੀ ਵੱਡੀ ਡੰਡੀ ਆ ਉਹਨੂੰ ਤੋੜਨਾ ਸੌਖਾ ਹੋਊਗਾ ਐਜ਼ ਕੰਪੇਅਰ ਟੂ ਛੋਟੇ ਡੰਡੇ ਦੇ, ਠੀਕ ਹੈ। ਤਾਂ ਜਿਹਦੀ ਲੈਂਥ ਜ਼ਿਆਦਾ ਹੈ ਉਹ ਛੇਤੀ ਟੁੱਟੂਗਾ, ਜਿਹਦੀ ਲੈਂਥ ਘੱਟ ਹੈ ਉਹ ਹੌਲੀ ਟੁੱਟੂਗਾ, ਉਹ ਮਤਲਬ ਓਨਾ ਹੀ ਵੱਧ ਉਹਨੂੰ ਟਾਈਮ ਲੱਗੂਗਾ, ਠੀਕ ਹੈ। ਇਹਨੂੰ ਹੋਰ ਕਿਸ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹਾਂ, ਜਦੋਂ ਦੋ ਨਿਊਕਲੀਅਸ ਨੇੜੇ ਨੇ ਇੱਕ ਦੂਸਰੇ ਦੇ, ਉਸ ਟਾਈਮ 'ਤੇ ਉਹਨਾਂ ਦੇ ਵਿੱਚ ਅਟਰੈਕਸ਼ਨ ਜ਼ਿਆਦਾ ਹੋਊਗੀ, ਬੌਂਡ ਸਟਰੋਂਗ ਹੋਊਗਾ। ਜਦੋਂ ਦੋ ਨਿਊਕਲੀਅਸ ਦੂਰ ਨੇ ਇੱਕ ਦੂਸਰੇ ਤੋਂ, ਠੀਕ ਹੈ, ਤਾਂ ਉਹਨਾਂ ਦੇ ਵਿੱਚ ਅਟਰੈਕਸ਼ਨ ਓਨੀਓ ਘੱਟ ਜੂਗੀ, ਠੀਕ ਹੈ, ਅਤੇ ਓਨਾ ਹੀ ਜਿਹੜਾ ਬੌਂਡ ਹੈ ਉਹ ਵੀਕ ਬਣੂਗਾ। ਇਹਨੂੰ ਆਪਾਂ ਇਸ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹਾਂ, ਠੀਕ ਹੈ। ਬਾਕੀ ਇਹਨਾਂ ਦੀ ਵੈਲਿਊਜ਼ ਮੈਂ ਜਿਹੜੀਆਂ ਵੈਲਿਊਜ਼ ਨੇ ਉਹ ਮੈਂ ਲਿਖ ਕੇ PDF ਜਦੋਂ ਪਾਊਂਗਾ ਤਾਂ ਉਹਦੇ ਵਿੱਚ ਪਾ ਦੂੰਗਾ, ਉੱਥੋਂ ਚੈੱਕ ਕਰ ਲਿਓ, ਠੀਕ ਹੈ। ਨੈਕਸਟ ਹੈ ਟਾਈਪ ਆਫ ਹਾਈਬ੍ਰਿਡਾਈਜੇਸ਼ਨ। ਹੁਣ ਜਿਵੇਂ ਆਪਾਂ ਨੂੰ ਪਤਾ ਵੀ SP ਆਰਬਿਟਲਸ ਨੇ ਜਿਹੜੇ ਉਹ ਛੋਟੇ ਹੁੰਦੇ ਨੇ ਐਜ਼ ਕੰਪੇਅਰ ਟੂ SP2 ਦੇ, ਐਜ਼ ਕੰਪੇਅਰ ਟੂ ਉਹ ਅੱਗੇ ਫਰਦਰ ਛੋਟੇ ਹੁੰਦੇ ਨੇ SP3 ਦੇ ਨਾਲੋਂ, ਠੀਕ ਹੈ। ਅਤੇ ਜਿੰਨਾ SP ਜਿਹੜਾ ਹੈ ਉਹ ਸਭ ਤੋਂ ਛੋਟਾ ਬੌਂਡ ਬਣਾਊਗਾ, SP2 ਉਸ ਤੋਂ ਵੱਡਾ ਬਣਾਊਗਾ, SP3 ਹੈ ਜਿਹੜਾ ਸਭ ਤੋਂ ਵੱਡਾ ਬੌਂਡ ਬਣਾਊਗਾ, ਠੀਕ ਹੈ। ਜਿੰਨਾ ਵੱਡਾ ਬੌਂਡ ਹੋਊਗਾ ਉਨੀ ਛੇਤੀ ਟੁੱਟੂਗਾ, ਤਾਂ SP ਵਾਲਾ ਸਭ ਤੋਂ ਸਟਰੋਂਗ ਬੌਂਡ ਹੋਊਗਾ, ਠੀਕ ਹੈ। ਉਹਦੀ ਐਨਰਜੀ ਹੈ ਜਿਹੜੀ ਉਹ ਸਭ ਤੋਂ ਵੱਧ ਹੋਊਗੀ। ਇਹ ਚੀਜ਼ ਦਾ ਧਿਆਨ ਰੱਖਿਓ ਵੀ ਜਿੰਨਾ ਬੌਂਡ ਲੇਟ ਟੁੱਟੂਗਾ ਉਹਦੀ ਐਨਰਜੀ ਓਨੀ ਵੱਧ ਹੋਊਗੀ, ਠੀਕ ਹੈ। ਜਿੰਨਾ ਲੇਟ ਬੌਂਡ ਟੁੱਟੂਗਾ ਉਨੀ ਐਨਰਜੀ ਵੱਧ ਪ੍ਰੋਵਾਈਡ ਕਰਨੀ ਪਊਗੀ, ਜਾਂ ਫਿਰ ਜਿੰਨਾ ਸਟੇਬਲ ਬੌਂਡ ਬਣੂਗਾ ਉਹਦੀ ਐਨਰਜੀ ਓਨੀ ਹੀ ਜਿਹੜੀ ਹੈ ਉਹ ਘੱਟ ਹੋਊਗੀ, ਅਤੇ ਓਨੀ ਐਨਰਜੀ ਵੱਧ ਬਾਹਰ ਨਿਕਲੂਗੀ। ਜਿੰਨੀ ਵੱਧ ਐਨਰਜੀ ਬਾਹਰ ਨਿਕਲੂਗੀ ਉਹਦੀ ਬੌਂਡ ਦੀ ਐਨਰਜੀ ਓਨੀ ਘੱਟ ਹੋਊਗੀ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ। ਆਪਾਂ ਐਨਰਜੀ ਜਦੋਂ ਬਾਹਰ ਕੱਢਣੀ ਹੈ ਉਦੋਂ ਵੱਧ ਕੱਢਣੀ, ਜਦੋਂ ਆਪਾਂ ਐਨਰਜੀ ਅੰਦਰ ਪ੍ਰੋਵਾਈਡ ਕਰਨੀ ਹੈ ਬੌਂਡ ਤੋੜਨ ਵਾਸਤੇ ਉਦੋਂ ਵੀ ਐਨਰਜੀ ਆਪਾਂ ਵੱਧ ਦੇਣੀ ਹੈ, ਠੀਕ ਹੈ। ਉਹੀ ਬੌਂਡ ਐਨਰਜੀ ਹੋਊਗੀ ਆਪਣੀ। ਜਿਵੇਂ ਆਪਣਾ ਜਿਹੜਾ ਬੌਂਡ ਲੈਂਥ ਜਿੰਨੀ ਬੌਂਡ ਲੈਂਥ ਵੱਧ ਹੋਊਗੀ ਓਨਾ ਬੌਂਡ ਜਿਹੜਾ ਹੈ ਆਪਣਾ ਓਨਾ ਛੇਤੀ ਟੁੱਟੂਗਾ, ਅਤੇ ਓਨੀ ਉਹ ਐਨਰਜੀ ਉਹਦੀ ਘੱਟ ਹੋਊਗੀ, ਆਪਾਂ ਨੂੰ ਘੱਟ ਐਨਰਜੀ ਪ੍ਰੋਵਾਈਡ ਕਰਨੀ ਪਊਗੀ। ਜਿੰਨਾ ਲੇਟ ਟੁੱਟੂਗਾ ਬੌਂਡ ਓਨੀ ਐਨਰਜੀ ਆਪਾਂ ਨੂੰ ਕੀ ਹੋਊਗੀ, ਵੱਧ ਪ੍ਰੋਵਾਈਡ ਕਰਨੀ ਪਊਗੀ, ਅਤੇ ਉਹਦੀ ਬੌਂਡ ਐਨਰਜੀ ਓਨੀ ਵੱਧ ਹੋਊਗੀ, ਠੀਕ ਹੈ। ਬੌਂਡ ਆਰਡਰ ਹੈ ਨੈਕਸਟ। ਜਿਵੇਂ ਬੌਂਡ ਆਰਡਰ ਇਨਕਰੀਜ਼ ਹੋ ਜੂਗਾ, ਇਹ ਵੀ ਹਾਈਬ੍ਰਿਡਾਈਜੇਸ਼ਨ 'ਤੇ ਹੈ। ਸਿੰਗਲ SP3 ਹੈ ਤਾਂ ਸਿੰਗਲ ਬੌਂਡ ਬਣਨਗੇ, SP2 ਹੈ ਤਾਂ ਡਬਲ ਬਣਨਗੇ, SP3 ਹੈ ਤਾਂ ਟ੍ਰਿਪਲ ਬਣਨਗੇ, ਠੀਕ ਹੈ। ਹੁਣ ਜਿਹੜੀ ਸੀ ਹਾਈਬ੍ਰਿਡਾਈਜੇਸ਼ਨ, ਇੱਥੇ ਆਪਾਂ ਕਾਰਬਨ ਹਾਈਡਰੋਜਨ ਬੌਂਡ ਦੇਖਣਾ, ਇੱਥੇ ਆਪਾਂ ਕਾਰਬਨ ਬੌਂਡ ਦੇਖਣਾ। ਇਹ ਚੀਜ਼ ਦਾ ਧਿਆਨ ਰੱਖਣਾ, ਪਿੱਛੇ ਵੀ ਆਹੀ ਚੀਜ਼ ਸੀ, ਠੀਕ ਹੈ। ਸਿੰਗਲ ਬੌਂਡ ਦੀ ਐਨਰਜੀ ਕਿੰਨੀ ਹੁੰਦੀ ਹੈ 347, ਡਬਲ ਦੀ ਕਿੰਨੀ ਹੁੰਦੀ ਹੈ 598, ਟ੍ਰਿਪਲ ਦੀ ਕਿੰਨੀ ਹੁੰਦੀ ਆ 803.5, ਜਿੰਨਾ ਵੀ ਲਗਾ ਲਓ, ਠੀਕ ਹੈ। ਜੇ 803 ਹੀ ਯਾਦ ਰੱਖ ਲਿਓ ਅਪਰੋਕਸੀਮੇਟਲੀ, ਠੀਕ ਹੈ। ਤਾਂ ਜਿੰਨਾ ਬੌਂਡ ਆਰਡਰ ਵਧੂਗਾ, ਜਿੰਨੇ ਬੌਂਡ ਵੱਧ ਹੋਣਗੇ, ਠੀਕ ਹੈ, ਓਨੀ ਹੀ ਇਹਦੇ ਵਿੱਚ ਬੌਂਡ ਦੀ ਐਨਰਜੀ ਜਿਹੜੀ ਹੈ ਉਹ ਵੱਧ ਹੋਊਗੀ, ਠੀਕ ਹੈ। ਕਿਤੇ ਇੱਕ ਬੌਂਡ ਤੋੜਨਾ, ਕਿਤੇ ਦੋ, ਕਿਤੇ 3 ਬੌਂਡ ਤੋੜਨਾ ਹੈ, ਠੀਕ ਹੈ। ਨੈਕਸਟ ਹੈ ਆਪਣੇ ਕੋਲ ਬੌਂਡ ਐਂਗਲ। ਜਿਹੜਾ ਬੌਂਡ ਐਂਗਲ ਕੀ ਆ, ਦੋ ਬੌਂਡਸ ਨੇ ਉਹਨਾਂ ਦੇ ਵਿੱਚ ਕਿੰਨਾ ਐਂਗਲ ਬਣਦਾ ਸਿੰਪਲੀ, ਉਸ ਨੂੰ ਆਪਾਂ ਕਹਾਂਗੇ ਬੌਂਡ ਐਂਗਲ। ਹੁਣ ਜਿਹੜੇ ਬੌਂਡ ਐਂਗਲ ਹੈ ਉਹ ਡਿਪੈਂਡ ਕਰਦਾ ਹਾਈਬ੍ਰਿਡਾਈਜੇਸ਼ਨ ਦੇ ਉੱਪਰ, ਕਿਸ ਤਰ੍ਹਾਂ ਡਿਪੈਂਡ ਕਰਦਾ। ਹੁਣ ਇਸ ਚੀਜ਼ ਦਾ ਧਿਆਨ ਰੱਖਣਾ ਆਪਾਂ। ਸਭ ਤੋਂ ਪਹਿਲਾਂ ਤਾਂ ਜਿਹੜੀ ਹਾਈਬ੍ਰਿਡਾਈਜੇਸ਼ਨ ਹੋਊਗੀ ਉਵੇਂ ਦੇ ਬੌਂਡ ਐਂਗਲਸ ਹੋਣਗੇ। SP3 ਹਾਈਬ੍ਰਿਡਾਈਜੇਸ਼ਨ ਹੈ ਜੇ ਤਾਂ ਟੈਟਰਾਹਾਈਡਰਲ ਜਿਓਮੈਟਰੀ ਹੋਊਗੀ ਅਤੇ 109 ਡਿਗਰੀ 28 ਮਿੰਟ ਦਾ ਬੌਂਡ ਐਂਗਲ ਬਣੂਗਾ। ਜੇ SP2 ਹਾਈਬ੍ਰਿਡਾਈਜੇਸ਼ਨ ਆ ਉੱਥੇ ਟਰਾਈਗੋਨਲ ਪਲੇਨਰ ਜਿਓਮੈਟਰੀ ਹੋਊਗੀ, 120 ਡਿਗਰੀ ਦਾ ਬੌਂਡ ਐਂਗਲ ਬਣੂਗਾ। ਜੇ SP ਹਾਈਬ੍ਰਿਡਾਈਜੇਸ਼ਨ ਹੈ ਉੱਥੇ ਆਪਣੇ ਕੋਲ ਲੀਨੀਅਰ ਜਿਓਮੈਟਰੀ ਹੋਊਗੀ ਅਤੇ 180 ਡਿਗਰੀ ਦਾ ਜਿਹੜਾ ਬੌਂਡ ਐਂਗਲ ਹੈ ਉਹ ਬਣੂਗਾ, ਠੀਕ ਹੈ। ਤਾਂ ਜਿਹੜੀ ਹਾਈਬ੍ਰਿਡਾਈਜੇਸ਼ਨ ਆਰਬਿਟਲਸ ਦੀ ਉਹੀ ਉਹਦਾ ਬੌਂਡ ਐਂਗਲ ਜਿਹੜਾ ਹੈ ਉਹ ਡਿਸਾਈਡ ਕਰੂਗੀ। ਜਿਹੜੀ ਹਾਈਬ੍ਰਿਡਾਈਜੇਸ਼ਨ ਹੈ ਉਹਨਾਂ ਉਹਦਾ ਫਿਕਸ ਬੌਂਡ ਐਂਗਲ ਹੋਊਗਾ, ਮਾੜਾ ਮੋਟਾ ਵੈਰੀ ਕਰ ਸਕਦਾ, ਠੀਕ ਹੈ, ਇੱਧਰ ਉੱਧਰ। ਹੁਣ ਨੈਕਸਟ ਹੈ ਜਿਹੜਾ ਪ੍ਰੈਜੈਂਸ ਆਫ ਲੋਨ ਪੇਅਰ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਜਦੋਂ ਤੱਕ ਮਿਥੇਨ CH4, ਅਮੋਨੀਆ NH3 ਅਤੇ ਵਾਟਰ H2O, ਠੀਕ ਹੈ, ਤਿੰਨਾਂ ਦੇ ਵਿੱਚ ਕਾਰਬਨ, ਨਾਈਟ੍ਰੋਜਨ ਅਤੇ ਆਕਸੀਜਨ ਦੀ SP3 ਹਾਈਬ੍ਰਿਡਾਈਜੇਸ਼ਨ ਹੁੰਦੀ ਹੈ। ਮਤਲਬ 4 SP3 ਹਾਈਬ੍ਰਿਡ ਆਰਬਿਟਲਸ ਚਾਰਾਂ ਦੇ ਵਿੱਚ ਬਣਦੇ ਨੇ। ਹੁਣ ਜਦੋਂ ਮਿਥੇਨ ਦੇ ਵਿੱਚ ਦੇਖਦੇ ਹਾਂ ਤਾਂ 4 ਕਾਰਬਨ ਹਾਈਡਰੋਜਨ ਬੌਂਡ ਨੇ, ਮਤਲਬ ਚਾਰੇ ਦੇ ਚਾਰੇ ਜਿਹੜੇ ਬੌਂਡਸ ਨੇ ਉਹ ਬੌਂਡ ਪੇਅਰ ਨੇ, ਠੀਕ ਹੈ। ਚਾਰੇ ਦੇ ਚਾਰੇ ਇਲੈਕਟ੍ਰੋਨ ਪੇਅਰ ਨੇ ਜਿਹੜੇ ਕਾਰਬਨ ਦੇ ਅਰਾਊਂਡ, ਉਹ ਬੌਂਡ ਪੇਅਰ ਨੇ। ਹੁਣ ਇੱਥੇ ਜਦੋਂ ਆਉਂਦੇ ਆ ਤਾਂ 3 ਬੌਂਡ ਬਣਾਉਂਦਾ ਨਾਈਟ੍ਰੋਜਨ ਹਾਈਡਰੋਜਨਸ ਨਾਲ, ਤਾਂ 3 ਬੌਂਡਡ ਪੇਅਰਸ ਨੇ। ਇੱਕ ਜਿਹੜਾ ਹੈ ਆਪਣੇ ਕੋਲ ਲੋਨ ਪੇਅਰ ਪਿਆ,
ठीक है। नाइट्रोजन दे विच एक लोन पेयर पिया, 3 बॉन्डेड पेयर्स ने। इत्थे 2 लोन पेयर पे ने ऑक्सीजन के उपर, 2 जोड़े ने वो बॉन्डेड पेयर्स ने। हुण एक गल का ध्यान ये रखना है भी जो लोन पेयर है उहदा ऑर्बिटल, लोन पेयर का ऑर्बिटल है जिहड़ा वो वध फैलिया हुआ हुंदा एज़ कंपेयर टू बॉन्डेड पेयर के ऑर्बिटल्स से। इहदा ऑर्बिटल इदां होऊगा, लेंथ वाइज होऊगा, ठीक है, तो चौड़ा घट होगा। इहदा ऑर्बिटल्स चौड़ा घट होगा तो लेंथ वाइज घट, चौड़ा वध होगा, लेंथ वाइज घट होगा। तो जिन्ना चौड़ा ज़्यादा होगा उन्ना थां ज़्यादा घेरूगा तो उन्ना ही दूसरे ऑर्बिटल्स नूं रिपैल करूगा। जो ये दूसरे ऑर्बिटल्स नूं रिपैल करूगा तो इन्हां दा जिहड़ा बॉन्ड है वो की है, घट जूगा। इत्थे बॉन्ड सीगा जिहड़ा वो कितना सीगा 109 डिग्री 28 मिनट सीगा। इत्थे बॉन्ड है जिहड़ा वो 107 डिग्री रह जूगा सिर्फ, ठीक है। हुण जे इत्थे 2 लोन पेयर्स पे ने, 2 लोन पेयर पे ने तो होर भी ज़्यादा रिपैल करनगे इन्हां नूं। जिन्ना ज़्यादा रिपैल करनगे उन्ना ही इन्हां दे विच बॉन्ड है जिहड़ा बॉन्ड एंगल है वो घटूगा। इत्थे कितना रह जू 104.5 डिग्री रह जूगा वाटर दे विच। हाइब्रिडाइजेशन सेम है, sp3 है तिन्नां दे विच, ठीक है। तो जिमें जिमें नंबर ऑफ लोन पेयर्स वधदे ने उवें उवें बॉन्ड एंगल है जिहड़ा वो घटदा। हुण ये क्या हुंदा, क्योंकि लोन पेयर्स ने जिहड़े एक दूसरे नूं सब तो वध रिपैल करदे ने, उस तो बाद लोन पेयर बॉन्ड पेयर रिपैल करदे ने एक दूसरे नूं, ते रिपल्शनां ने ये, ठीक है। बॉन्ड पेयर है जिहड़ा वो सब तो घट रिपैल करता है एक दूसरे नूं। तो सेम जो हाइब्रिडाइजेशन है तो जिमें जिमें लोन पेयर इंक्रीज़ होणगे बॉन्ड एंगल है जिहड़ा वो डिक्रीज़ होगा, ठीक है जी। ये चीज़ का ध्यान रखना है। एग्जाम्पल आप होर भी लै सकते हैं। सिंपलैसट एग्जाम्पल है जी आप याद रखनी है कि इनऑर्गेनिक का काम है, ठीक है। तो अज की वीडियो के इन्ना ही, बाकी आप करांगे अगले लैक्चर के।